ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰ ਹਾਂ ਜੀ ਕਮਲ ਸੁੰਬਲ ਦੁਆਰਾ ਲਿਖੀ ਗਈ ਕਹਾਣੀ ਲੈ ਕੇ। ਆਓ ਆਪਾਂ ਸ਼ੁਰੂ ਕਰਦੇ ਹਾਂ। ਟੂਮਾ ਸਾਹਮਣੇ ਪਈਆਂ ਦੇਖ ਪਰਮੋ ਦੀਆਂ ਅੱਖਾਂ ਵਿੱਚ ਚਮਕ ਆ ਗਈ। ਪਹਿਲਾਂ ਤਾਂ ਆਕੜ ਵਿੱਚ ਹੱਥ ਨਾ ਲਾਇਆ, ਫਿਰ ਜਦੋਂ ਪਰਿਵਾਰ ਦੇ ਸਾਰੇ ਜੀ ਇੱਧਰ ਉੱਧਰ ਚਲੇ ਗਏ ਤਾਂ ਟੂਮਾ ਚੱਕ ਆਪਣੇ ਸੰਦੂਕ ਵਿੱਚ ਜਿੰਦਾ ਮਾਰ ਆਈ। ਇਸ ਤਰ੍ਹਾਂ ਦਿਨ ਲੰਘਦੇ ਗਏ ਤੇ ਵਿਆਹ ਦਾ ਦਿਨ ਆ ਗਿਆ। ਚਰਨ ਵੱਲੋਂ ਸਾਰੇ ਪ੍ਰਬੰਧ ਬਹੁਤ ਹੀ ਵਧੀਆ ਢੰਗ ਨਾਲ ਕੀਤੇ ਗਏ। ਆਂਢ ਗੁਆਂਢ ਦੇ ਲੋਕ ਅੱਖਾਂ ਅੱਡ ਅੱਡ ਕੇ ਦੇਖ ਰਹੇ ਸਨ। ਭੈਣਾਂ ਦੇ ਸਹੁਰੇ ਹਰ ਇੱਕ ਚੀਜ਼ ਨੂੰ ਦੇਖ ਕੇ ਸਲੌਤਾ ਕਰ ਰਹੇ ਸਨ। ਚਰਨ ਨੇ ਕਿਸੇ ਵੀ ਚੀਜ਼ ਵਿੱਚ ਕੋਈ ਵੀ ਕਸਰ ਨਾ ਛੱਡੀ। ਭੈਣਾਂ ਦਾ ਵਿਆਹ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਗਿਆ। ਚਰਨ ਨੇ ਆਪਣੇ ਵੱਡੇ ਭਰਾ ਹੋਣ ਦੀ ਜ਼ਿੰਮੇਵਾਰੀ ਬਹੁਤ ਵਧੀਆ ਨਿਭਾਈ। ਹੁਣ ਘਰ ਵਿੱਚ ਵੀ ਸੁੱਖ ਸ਼ਾਂਤੀ ਸੀ। ਦਿਨ ਵਧੀਆ ਲੰਘਦੇ ਗਏ। ਚਰਨ ਹੁਣ ਪਿੰਡ ਵਿੱਚ ਹੀ ਵਧੀਆ ਕੰਮ ਕਰਨ ਲੱਗਾ। ਸਮਾਂ ਪਾ ਕੇ ਪਾਲੋ ਨੇ ਮੁੰਡੇ ਨੂੰ ਜਨਮ ਦਿੱਤਾ। ਹੁਣ ਪਰਮੋ ਵੀ ਬਹੁਤ ਖੁਸ਼ ਸੀ, ਪਰ ਚਰਨ ਪਾਲੋ ਦਾ ਹੱਦ ਤੋਂ ਵੱਧ ਧਿਆਨ ਰੱਖਦਾ ਸੀ। ਪਰਮੋ ਤੋਂ ਇਹ ਗੱਲ ਬਰਦਾਸ਼ਤ ਨਾ ਹੋਈ। ਪਰਮੋ ਫਿਰ ਆਨੇ ਬਹਾਨੇ ਉਹਨਾਂ ਵਿੱਚ ਲੜਾਈ ਪਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ, ਪਰ ਚਰਨ ਉਸ ਦੀਆਂ ਗੱਲਾਂ ਵੱਲ ਧਿਆਨ ਨਾ ਦਿੰਦਾ। ਪਰਮੋ ਕੋਈ ਨਾ ਕੋਈ ਗੱਲ ਕਹਿ ਪਾਲੋ ਨੂੰ ਚਰਨ ਸਾਹਮਣੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ। ਇੱਕ ਦਿਨ ਪਾਲੋ ਪੋਤੇ ਨੂੰ ਖਿਡਾ ਰਹੀ ਸੀ। ਚਰਨ ਨੂੰ ਆਉਂਦਾ ਦੇਖ ਪੋਤੇ ਨੂੰ ਚੂੰਡੀ ਵੱਢ ਰਵਾ ਦਿੱਤਾ। ਮੁੰਡੇ ਦੀ ਰੋਂਦੇ ਦੀ ਆਵਾਜ਼ ਸੁਣ ਪਾਲੋ ਦਾ ਕਾਲਜਾ ਹੀ ਨਿਕਲ ਗਿਆ। ਭੱਜ ਕੇ ਬਾਹਰ ਆਈ ਤਾਂ ਮੁੰਡਾ ਹੌਂਕੋ ਹੌਂਕੀ ਹੋ ਰਿਹਾ ਸੀ। ਚਰਨ ਨੂੰ ਦੇਖ ਪਰਮੋ ਪਾਲੋ ਨੂੰ ਗਾਲਾਂ ਕੱਢਣ ਲੱਗ ਪਈ। ਆਖੇ, ਜਿਵੇਂ ਮੇਰੀ ਪੋਤੀ ਨੂੰ ਮਾਰ ਦਿੱਤਾ, ਹੁਣ ਪੋਤੇ ਨੂੰ ਮਾਰ ਦੇਵੀਂ। ਜੇ ਸੰਭਾਲ ਨਹੀਂ ਹੁੰਦਾ ਤਾਂ ਮੈਨੂੰ ਫੜਾ ਦੇ। ਤੈਨੂੰ ਤਾਂ ਬਸ ਮੰਜਾ ਹੋਵੇ ਇਸ ਕੂਰਨ ਨੂੰ। ਮਾਂ ਨੂੰ ਗੁੱਸੇ ਵਿੱਚ ਲੋਹੀ ਲਾਖੀ ਹੋਈ ਦੇਖ ਚਰਨ ਨੇ ਪੁੱਛਿਆ, ਕੀ ਹੋਇਆ? ਇੰਨਾ ਰੌਲਾ ਕਿਉਂ ਪਾਇਆ? ਪਰਮੋ ਹੋਰ ਉੱਚੀ ਬੋਲਣ ਲੱਗ ਪਈ। ਆਹੋ, ਤੈਨੂੰ ਤਾਂ ਮੈਂ ਰੌਲਾ ਪਾਉਂਦੀ ਹੀ ਲੱਗਦੀ ਆਂ। ਲੱਗਿਆ ਰਹਿ ਤੀਵੀਂ ਥੱਲੇ। ਚਰਨ, ਬੀਬੀ ਕੋਈ ਗੱਲ ਤਾਂ ਪਤਾ ਲੱਗੇ, ਹੋਇਆ ਕੀ ਆ? ਪਰਮੋ ਗਰਜਦੀ ਆਵਾਜ਼ ਵਿੱਚ ਬੋਲੀ। ਪਹਿਲਾਂ ਇਹ ਮੇਰੀ ਪੋਤੀ ਨੂੰ ਖਾ ਗਈ, ਹੁਣ ਪੋਤੇ ਨੂੰ ਵੀ ਖਾ ਜਾਊ। ਪਾਲੋ ਡਰਦੇ ਹੋਏ ਬੋਲੀ। ਬੀਬੀ ਕੀ ਹੋਇਆ? ਐਵੇਂ ਬਹਿਕੀਆਂ ਗੱਲਾਂ ਕਿਉਂ ਕਰਦੇ ਹੋ? ਪਰਮੋ, ਜਾ ਬਹੁਤੇ ਡਰਾਮੇ ਨਾ ਕਰ। ਕਿਵੇਂ ਮੇਰੇ ਪੁੱਤ ਅੱਗੇ ਭੋਲੀ ਬਣ ਕੇ ਦਿਖਾਉਂਦੀ ਆ, ਜਿਵੇਂ ਕੁਝ ਪਤਾ ਹੀ ਨਾ ਹੋਵੇ। ਚਰਨ ਪਰਮੋ ਦੇ ਮੂੰਹ ਵੱਲ ਦੇਖ ਰਿਹਾ ਸੀ ਕਿ ਉਹ ਬਿਨਾਂ ਮਤਲਬ ਦੇ ਪਾਲੋ ਨੂੰ ਬੋਲ ਰਹੀ ਹੈ। ਪਾਲੋ ਦੇ ਮੁੰਡੇ ਦਾ ਰੋ ਬੁਰਾ ਹਾਲ ਸੀ। ਪਾਲੋ ਨੇ ਮੁੰਡਾ ਪਰਮੋ ਤੋਂ ਫੜਿਆ ਤੇ ਕਮਰੇ ਵਿੱਚ ਲਿਜਾ ਦੁੱਧ ਪਿਲਾ ਕੇ ਉਸ ਨੂੰ ਚੁੱਪ ਕਰਵਾਇਆ। ਬਾਹਰ ਪਰਮੋ ਨੇ ਚਰਨ ਨੂੰ ਲੂਤੀ ਲਾ ਦਿੱਤੀ। ਆਖੇ, ਪਾਲੋ ਮੁੰਡੇ ਦੀ ਦੇਖਭਾਲ ਨਹੀਂ ਕਰਦੀ। ਅੱਜ ਪਾਲੋ ਨੇ ਮੁੰਡੇ ਨੂੰ ਮੰਜੇ ਤੋਂ ਸੁੱਟ ਦਿੱਤਾ। ਜਿਵੇਂ ਨਾ ਹੁੰਦੀ ਤਾਂ ਅੱਜ ਪਤਾ ਨਹੀਂ ਕੀ ਅਣਹੋਣੀ ਵਾਪਰਦੀ। ਚਰਨ ਪਰਮੋ ਦੀ ਗੱਲ ਸੁਣ ਭੜਕ ਗਿਆ ਤੇ ਗੁੱਸੇ ਵਿੱਚ ਆ ਪਾਲੋ ਦੇ ਥੱਪੜ ਮਾਰਿਆ। ਪਾਲੋ ਇੱਕ ਖੂੰਜੇ ਵਿੱਚ ਜਾ ਡਿੱਗੀ। ਪਰਮੋ ਇਹ ਨਜ਼ਾਰਾ ਦੇਖ ਬਹੁਤ ਖੁਸ਼ ਹੋ ਰਹੀ ਸੀ। ਪਾਲੋ ਕੰਨੀ ਫੜ ਕੇ ਉੱਠੀ ਤੇ ਥੱਪੜ ਮਾਰਨ ਦਾ ਕਾਰਨ ਪੁੱਛਿਆ। ਚਰਨ, ਤੈਨੂੰ ਕਾਹਨੂੰ ਪਤਾ ਮੈਂ ਕਿਉਂ ਮਾਰਿਆ ਥੱਪੜ ਤੇਰੇ? ਪਾਲੋ ਰੋਂਦੀ ਤੇ ਡਰੀ ਹੋਈ ਸੀ। ਕੰਬਦੀ ਆਵਾਜ਼ ਵਿੱਚ ਬੋਲੀ, ਮੇਰੇ ਤੋਂ ਕੀ ਗਲਤੀ ਹੋ ਗਈ ਜੋ ਤੁਸੀਂ ਮੇਰੇ ਤੋਂ ਬਿਨਾਂ ਕੁਝ ਪੁੱਛੇ ਮੇਰੇ ਥੱਪੜ ਮਾਰ ਦਿੱਤਾ? ਚਰਨ ਬਹੁਤ ਹੀ ਉੱਚੀ ਬੋਲਣ ਲੱਗ ਪਿਆ। ਪਾਲੋ ਇੱਕਦਮ ਡਰ ਗਈ ਤੇ ਮਨ ਹੀ ਮਨ ਸੋਚ ਰਹੀ ਸੀ, ਆਖਿਰ ਕੀ ਗਲਤੀ ਹੋਈ ਹੈ ਮੇਰੇ ਤੋਂ ਜੋ ਚਰਨ ਇੰਨੇ ਗੁੱਸੇ ਵਿੱਚ ਹੈ? ਪਾਲੋ ਨੇ ਉਸ ਸਮੇਂ ਚੁੱਪ ਰਹਿਣਾ ਹੀ ਠੀਕ ਸਮਝਿਆ, ਕਿਉਂਕਿ ਜਦੋਂ ਇੱਕ ਬੋਲ ਰਿਹਾ ਹੋਵੇ ਤਾਂ ਇੱਕ ਦੇ ਚੁੱਪ ਹੋਣ ਤੇ ਲੜਾਈ ਘਟ ਜਾਂਦੀ ਹੈ। ਸਿਆਣਿਆਂ ਦੀ ਕਹਾਵਤ ਅਨੁਸਾਰ ਇੱਕ ਚੁੱਪ 100 ਸੁੱਖ। ਉਸ ਸਮੇਂ ਪਾਲੋ ਬਿਨਾਂ ਕੁਝ ਬੋਲੇ ਕਮਰੇ ਵਿੱਚੋਂ ਬਾਹਰ ਆ ਗਈ। ਰਸੋਈ ਵਿੱਚ ਕੰਮ ਕਰਦੀ ਪਾਲੋ ਦੇ ਦਿਮਾਗ ਵਿੱਚ ਇਹੀ ਸੋਚਾਂ ਘੁੰਮਣ ਘੇਰੀ ਪਾ ਰਹੀਆਂ ਸਨ ਕਿ ਅਜਿਹਾ ਕੀ ਸੋਚਿਆ ਚਰਨ ਨੇ ਜੋ ਉਸਨੇ ਥੱਪੜ ਮਾਰ ਦਿੱਤਾ। ਅੰਦਰ ਹੀ ਅੰਦਰ ਪਾਲੋ ਬਹੁਤ ਰੋ ਰਹੀ ਸੀ। ਦੂਜੇ ਪਾਸੇ ਪਰਮੋ ਬਹੁਤ ਖੁਸ਼ ਸੀ। ਸ਼ਾਮ ਹੋਈ ਤਾਂ ਪਾਲੋ ਨੇ ਰੋਟੀ ਬਣਾ ਚਰਨ ਦੇ ਅੱਗੇ ਰੱਖ ਦਿੱਤੀ। ਚਰਨ ਨੇ ਚੁੱਪਚਾਪ ਰੋਟੀ ਖਾਧੀ ਤੇ ਮੂੰਹ ਘੁਮਾ ਕੇ ਪੈ ਗਿਆ। ਪਾਲੋ ਚਰਨ ਦਾ ਵਿਵਹਾਰ ਦੇਖ ਕੇ ਬਹੁਤ ਉਦਾਸ ਸੀ। ਉਹ ਬਿਨਾਂ ਕੁਝ ਖਾਧੇ ਪੀਤੇ ਪੈ ਗਈ। ਸਾਰੀ ਰਾਤ ਸੋਚਾਂ ਵਿੱਚ ਲੰਘ ਗਈ। ਉਸਨੂੰ ਚਰਨ ਦੇ ਇੰਨਾ ਗੁੱਸਾ ਹੋਣ ਦਾ ਕਾਰਨ ਨਹੀਂ ਸੀ ਲੱਭ ਰਿਹਾ। ਸਵੇਰ ਹੋਈ ਤਾਂ ਚਰਨ ਦਾ ਗੁੱਸਾ ਥੋੜ੍ਹਾ ਠੰਡਾ ਹੋਇਆ ਤਾਂ ਉਹ ਪਾਲੋ ਨਾਲ ਗੱਲਾਂ ਕਰਨ ਲੱਗਾ। ਦੁਪਹਿਰ ਨੂੰ ਪਾਲੋ ਤੇ ਚਰਨ ਪਹਿਲਾਂ ਵਾਂਗੂ ਹੀ ਘੁਲ ਮਿਲ ਗਏ। ਪਾਲੋ ਨੇ ਥੋੜ੍ਹਾ ਹੌਸਲਾ ਕਰਕੇ ਚਰਨ ਨੂੰ ਪੁੱਛਿਆ, ਕੱਲ੍ਹ ਤੁਸੀਂ ਇੰਨੇ ਗੁੱਸੇ ਵਿੱਚ ਕਿਉਂ ਸੀ? ਤੁਸੀਂ ਮੇਰੇ 'ਤੇ ਸਾਰਾ ਗੁੱਸਾ ਕਿਉਂ ਕੱਢਿਆ? ਚਰਨ ਬੋਲਿਆ, ਤੈਨੂੰ ਬਿਲਕੁਲ ਨਹੀਂ ਪਤਾ ਮੈਂ ਤੇਰੇ ਕਿਉਂ ਮਾਰਿਆ? ਪਾਲੋ, ਜੇ ਪਤਾ ਹੁੰਦਾ ਤਾਂ ਦੁਬਾਰਾ ਕਿਉਂ ਪੁੱਛਦੀ? ਚਰਨ,
ਤੂੰ ਕੱਲ ਮੁੰਡੇ ਨੂੰ ਮੰਜੇ ਤੋਂ ਥੱਲੇ ਸੁੱਟ ਦਿੱਤਾ, ਮੈਨੂੰ ਬੀਬੀ ਨੇ ਦੱਸਿਆ। ਪਾਲੋ ਰੋਣ ਲੱਗ ਪਈ, ਆਖੇ, ਮੇਰੀ ਜਾਨ ਵਸਦੀ ਆ ਮੇਰੇ ਪੁੱਤ ਵਿੱਚ। ਇਹਨੂੰ ਕੁਝ ਹੋਣ ਤੋਂ ਪਹਿਲਾਂ ਰੱਬ ਮੈਨੂੰ ਚੱਕ ਲਵੇ। ਕਦੇ ਵੀ ਅੱਖਾਂ ਦੇਖੀ ਤੇ ਕੰਨੀ ਸੁਣੀ ਗੱਲ ਸੱਚ ਨਹੀਂ ਹੁੰਦੀ। ਇਹ ਕਹਿ ਕੇ ਨਾਲੋਂ ਚੁੱਪ ਕਰ ਗਈ। ਪਾਲੋ ਅੱਜ ਵੀ ਪਰਮੋ ਨੂੰ ਚਰਨ ਦੀਆਂ ਨਜ਼ਰਾਂ ਵਿੱਚ ਗਲਤ ਨਹੀਂ ਸੀ ਬਣਾਉਣਾ ਚਾਹੁੰਦੀ। ਦਿਨ ਲੱਗਦੇ ਗਏ, ਪਾਲੋ ਹਮੇਸ਼ਾ ਪਰਿਵਾਰ ਨੂੰ ਇੱਕ ਬਣਾਉਣ ਵਿੱਚ ਲੱਗੀ ਰਹਿੰਦੀ। ਹੁਣ ਮੀਤੇ ਦੀ ਵੱਧਦੀ ਉਮਰ ਦੇਖ ਪਰਮੋ ਨੇ ਉਸਨੂੰ ਵਿਆਹ ਕਰਵਾਉਣ ਲਈ ਕਿਹਾ। ਮੀਤੇ ਨੇ ਆਪਣੇ ਪਸੰਦ ਦੀ ਕੁੜੀ ਨਾਲ ਵਿਆਹ ਕਰਵਾਉਣ ਦੀ ਇੱਛਾ ਜਤਾਈ। ਮੀਤੇ ਅੱਗੇ ਕੋਈ ਵੀ ਨਹੀਂ ਬੋਲਦਾ ਸੀ। ਉਸਨੂੰ ਆਪਣੀ ਪੜ੍ਹਾਈ ਤੇ ਨੌਕਰੀ ਦਾ ਘਮੰਡ ਸੀ। ਉਹ ਆਪਣਾ ਅਲੱਗ ਘਰ ਵਸਾਉਣਾ ਚਾਹੁੰਦਾ ਸੀ। ਉਹ ਆਪਣੇ ਮਾਪਿਆਂ ਨਾਲ ਤੇ ਚਰਨ ਦੇ ਪਰਿਵਾਰ ਨਾਲ ਰਹਿ ਕੇ ਪੂਰੇ ਪਰਿਵਾਰ ਦਾ ਖਰਚਾ ਨਹੀਂ ਸੀ ਚੱਕਣਾ ਚਾਹੁੰਦਾ। ਉਹ ਪਾਲੋ ਨੂੰ ਅਨਪੜ੍ਹ ਤੇ ਗਵਾਰ ਸਮਝਦਾ ਸੀ। ਕਿਸੇ ਨੂੰ ਵੀ ਸਿੱਧੇ ਮੂੰਹ ਨਹੀਂ ਸੀ ਬੁਲਾਉਂਦਾ। ਚਰਨ ਆਪਣੇ ਪਰਿਵਾਰ ਤੇ ਮਾਪਿਆਂ ਨੂੰ ਬਹੁਤ ਪਿਆਰ ਕਰਦਾ ਸੀ। ਉਸਦੀ ਮਾਂ ਉਸਦੇ ਭੋਲੇਪਨ ਦਾ ਨਜਾਇਜ਼ ਫਾਇਦਾ ਚੱਕਦੀ। ਪਾਲੋ ਸਾਰੇ ਘਰ ਦਾ ਕੰਮ ਕਰਦੀ, ਫਿਰ ਵੀ ਉਸਦੀ ਕੋਈ ਕਦਰ ਨਾ ਜਾਣਦਾ। ਚਰਨ ਨੂੰ ਪਾਲੋ ਦੀ ਫਿਕਰ ਕਰਦੇ ਦੇਖ ਪਰਮੋ ਲੋਹੀ ਲਾਖੀ ਹੋਈ ਰਹਿੰਦੀ। ਚਰਨ ਤੇ ਪਾਲੋ ਦਾ ਪਿਆਰ ਦੇਖ ਉਸਦੇ ਪਰਿਵਾਰ ਵਾਲੇ ਪਾਲੋ ਤੇ ਚਰਨ ਦੇ ਰਿਸ਼ਤੇ ਵਿੱਚ ਫਿੱਕ ਪਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ। ਪਰਮੋ ਹਰ ਰੋਜ਼ ਨਿੱਕੀ ਨਿੱਕੀ ਗੱਲ ਨੂੰ ਵਧਾ ਚੜਾ ਕੇ ਦੱਸਦੀ ਤੇ ਘਰ ਵਿੱਚ ਹਰ ਰੋਜ਼ ਕਲੇਸ਼ ਹੁੰਦਾ। ਉਹ ਚਰਨ ਨੂੰ ਪਾਲੋ ਤੋਂ ਦੂਰ ਕਰਨ ਦੀ ਨਿਤ ਨਵੀਂ ਸਾਜ਼ਿਸ਼ ਬਣਾਈ ਰੱਖਦੀ। ਨਿੱਤ ਦੇ ਕਲੇਸ਼ ਨਾਲ ਪਾਲੋ ਤੇ ਚਰਨ ਦਾ ਰਿਸ਼ਤਾ ਦਿਨੋਂ ਦਿਨ ਫਿੱਕਾ ਹੁੰਦਾ ਗਿਆ। ਨਿੱਤ ਦੀਆਂ ਭੜਕਾਊ ਗੱਲਾਂ ਸੁਣ ਚਰਨ ਆਪਣੇ ਮਾਪਿਆਂ ਪਿੱਛੇ ਲੱਗ ਪਾਲੋ ਨੂੰ ਉਸਦੇ ਪੇਕੇ ਘਰ ਛੱਡ ਆਇਆ। 2 ਮਹੀਨੇ ਕੋਈ ਖਬਰਸਾਰ ਨਾ ਲਈ ਚਰਨ ਨੇ ਪਾਲੋ ਦੀ। ਉਹ ਕਹਿੰਦੇ ਨੇ ਸਭ ਪੈਸੇ ਦੇ ਯਾਰ ਹੁੰਦੇ ਨੇ। ਜਦੋਂ ਚਰਨ ਕੋਲੋਂ ਪੈਸੇ ਮੁੱਕ ਗਏ ਤਾਂ ਉਸਦੇ ਪਰਿਵਾਰ ਨੇ ਚਰਨ ਪ੍ਰਤੀ ਰਵੱਈਆ ਬਦਲ ਦਿੱਤਾ। ਚਰਨ ਦਿਨ ਰਾਤ ਭੁੱਖਣ ਭਾਣੇ ਤੁਰਿਆ ਫਿਰਦਾ, ਕੋਈ ਵੀ ਉਸਨੂੰ ਰੋਟੀ ਨਾ ਪੁੱਛਦਾ। ਹੁਣ ਚਰਨ ਨੂੰ ਆਪਣੇ ਕੀਤੇ ਤੇ ਪਛਤਾਵਾ ਹੋ ਰਿਹਾ ਸੀ। ਕੁਝ ਦਿਨ ਦੇਖਣ ਤੋਂ ਬਾਅਦ ਚਰਨ ਘਰ ਵਿੱਚ ਬਿਨਾਂ ਕਿਸੇ ਨੂੰ ਦੱਸੇ ਆਪਣੇ ਸਹੁਰੇ ਘਰ ਚਲਾ ਗਿਆ। ਕੁਝ ਦਿਨ ਆਪਣੇ ਸਹੁਰੇ ਘਰ ਰਿਹਾ। ਪਿੱਛੋਂ ਕਿਸੇ ਵੀ ਪਰਿਵਾਰਕ ਮੈਂਬਰ ਵੱਲੋਂ ਚਰਨ ਦੀ ਖੋਜ ਨਾ ਕੀਤੀ ਗਈ। ਅਖੀਰ ਚਰਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਕਿ ਮੈਂ ਕਿਸੇ ਪਿੱਛੇ ਲੱਗ ਆਪਣੀ ਪਾਲੋ ਨੂੰ ਛੱਡ ਰਿਹਾ ਹਾਂ। ਉਹ ਆਪਣਾ ਹੱਸਦਾ ਵਸਦਾ ਪਰਿਵਾਰ ਖਤਮ ਨਹੀਂ ਸੀ ਕਰਨਾ ਚਾਹੁੰਦਾ। ਕੁਝ ਦਿਨ ਆਪਣੇ ਸਹੁਰੇ ਪਰਿਵਾਰ ਵਿੱਚ ਰਹਿ ਕੇ ਪਾਲੋ ਨਾਲ ਆਪਣੇ ਘਰ ਜਾਣ ਦੀ ਸਲਾਹ ਕਰ ਚਰਨ ਪਾਲੋ ਤੇ ਆਪਣੇ ਪੁੱਤ ਨੂੰ ਪਿੰਡ ਲੈ ਪਹੁੰਚ ਗਿਆ। ਚਰਨ ਨੂੰ ਪਾਲੋ ਦੇ ਨਾਲ ਦੇ ਬਾਕੀ ਪਰਿਵਾਰਿਕ ਮੈਂਬਰ ਖੁਸ਼ ਸਨ, ਪਰ ਪਰਮੋ ਦੇ ਮਨ ਵਿੱਚ ਅਜੇ ਵੀ ਜ਼ਹਿਰ ਭਰਿਆ ਹੋਇਆ ਸੀ। ਉਸਨੇ ਕਿਸੇ ਨੂੰ ਵੀ ਸਿੱਧੇ ਮੂੰਹ ਨਾ ਬੁਲਾਇਆ। ਚਰਨ ਦੇ ਘਰ ਆਉਣ ਤੇ ਮੀਤੇ ਨੇ ਚਰਨ ਨਾਲ ਆਪਣੇ ਵਿਆਹ ਦੀ ਸਲਾਹ ਕੀਤੀ। ਉਹ ਸਧਾਰਨ ਢੰਗ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਚਰਨ ਨੇ ਖੁਸ਼ ਹੁੰਦੇ ਨੇ ਕਿਹਾ, ਕੋਈ ਨਹੀਂ ਭਰਾ, ਜਿੱਥੇ ਕਿਤੇ ਜ਼ਰੂਰਤ ਹੋਈ ਦੱਸ ਦੇਈਂ। ਮੀਤੇ ਦੇ ਵਿਆਹ ਦਾ ਦਿਨ ਪੱਕਾ ਕੀਤਾ ਗਿਆ। ਚਰਨ ਨੇ ਫਿਰ ਵੱਡੇ ਭਰਾ ਹੋਣ ਦਾ ਫਰਜ਼ ਨਿਭਾਇਆ। ਜਿੰਨੀ ਹੋ ਸਕਦੀ ਸੀ ਮੀਤੇ ਦੀ ਮਦਦ ਕੀਤੀ। ਮੀਤੇ ਦਾ ਵਿਆਹ ਬਹੁਤ ਹੀ ਵਧੀਆ ਸੁੱਖ ਸ਼ਾਂਤੀ ਨਾਲ ਹੋ ਗਿਆ। ਮੀਤੇ ਦੇ ਵਿਆਹ ਹੋਣ ਤੇ ਪਰਮੋ ਨੇ ਚਰਨ ਨੂੰ ਅੱਡ ਕਰ ਦਿੱਤਾ। ਚਰਨ ਅੱਜ ਬਹੁਤ ਦੁਖੀ ਸੀ ਕਿਉਂਕਿ ਉਹ ਆਪਣੇ ਪਰਿਵਾਰ ਨੂੰ ਇੱਕ ਦੇਖਣਾ ਚਾਹੁੰਦਾ ਸੀ। ਚਰਨ ਤੇ ਪਾਲੋ ਬਿਨਾਂ ਕੁਝ ਬੋਲੇ ਜੋ ਪਰਮੋ ਨੇ ਵੰਡ ਕੇ ਦੇ ਦਿੱਤਾ ਲੈ ਅਲੱਗ ਹੋ ਗਏ। ਚਰਨ ਨੇ ਸਾਰੀ ਚੀਜ਼ ਆਪਣੀ ਬਣਾਈ। ਉਹਨਾਂ ਦੀ ਆਰਥਿਕ ਸਥਿਤੀ ਬਹੁਤ ਗੰਭੀਰ ਹੋ ਚੁੱਕੀ ਸੀ। ਚਰਨ ਪਾਲੋ ਨੂੰ ਲੈ ਕੇ ਸ਼ਹਿਰ ਜਾ ਨੌਕਰੀ ਕਰਨ ਲੱਗਾ। ਦੂਜੇ ਪਾਸੇ ਮੀਤੇ ਦੇ ਵਿਆਹ ਤੋਂ 1 ਮਹੀਨਾ ਬਾਅਦ ਮਨਦੀਪ, ਮੀਤੇ ਦੀ ਪਤਨੀ, ਨੇ ਵੀ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਪਰਮੋ ਉਸਨੂੰ ਇੱਕ ਗੱਲ ਆਖਦੀ ਤਾਂ ਉਹ ਅੱਗੋਂ 4 ਸੁਣਾ ਦਿੰਦੀ। ਜੇ ਪਰਮੋ ਮੀਤੇ ਨੂੰ ਉਸ ਬਾਰੇ ਕੁਝ ਕਹਿੰਦਾ, ਉਹ ਵੀ ਆਪਣੀ ਮਾਂ ਨੂੰ ਬੋਲਣ ਲੱਗ ਜਾਂਦਾ। ਇਸ ਤਰ੍ਹਾਂ ਆਉਂਦੇ ਸਾਰ ਹੀ ਮਨਦੀਪ ਨੇ ਪੂਰੇ ਘਰ 'ਤੇ ਕਬਜ਼ਾ ਕਰ ਲਿਆ। ਉਸਨੇ ਪਰਮੋ, ਗੁਰਬਚਨ ਤੇ ਬੀਰੂ ਨੂੰ ਰੋਟੀ ਦੇਣ ਤੋਂ ਪੂਰਾ ਜਵਾਬ ਦੇ ਦਿੱਤਾ। ਆਖੇ ਰੋਟੀ ਖਾਣੀ ਆ ਤਾਂ ਕੰਮ ਕਰੋ। ਪਰਮੋ ਮਨਦੀਪ ਤੇ ਅੱਗੇ ਹੋ ਕੇ ਕੰਮ ਕਰਦੀ, ਨਾਲੇ ਗੱਲਾਂ ਸੁਣਦੀ। ਪਰਮੋ ਨਾਲ ਵੀ ਬਿਲਕੁਲ ਉਸੇ ਤਰ੍ਹਾਂ ਹੀ ਹੋ ਰਿਹਾ ਸੀ ਜਿਵੇਂ ਉਹ ਪਾਲੋ ਨਾਲ ਕਰਦੀ ਸੀ। ਸਾਰਾ ਦਿਨ ਕੰਮ ਕਰਦੇ ਹੋਏ ਪਰਮੋ ਬਹੁਤ ਹੀ ਬਿਮਾਰ ਹੋ ਗਈ ਤੇ ਗੁਰਬਚਨ ਵੀ ਹੁਣ ਅੱਗੇ ਨਾਲੋਂ ਬਹੁਤ ਮਾੜਾ ਹੋ ਚੁੱਕਾ ਸੀ। ਉਸ ਵਿੱਚ ਵੀ ਕੰਮ ਕਰਨ ਦੀ ਤਾਕਤ ਨਹੀਂ ਸੀ। ਵੀਰੂ ਨੂੰ ਸਾਹ ਦੀ ਬਿਮਾਰੀ ਹੋਣ ਕਰਕੇ ਉਹ ਜ਼ੋਰ ਦਾ ਕੰਮ ਨਹੀਂ ਕਰ ਸਕਦਾ ਸੀ। ਜਦੋਂ ਪਰਮੋ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਤਾਂ ਚਰਨ ਨੇ ਉਸਨੂੰ ਚੁੱਕ ਕੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ। ਪਰ ਬਿਮਾਰੀ ਜ਼ਿਆਦਾ ਵੱਧ ਹੋਣ ਕਾਰਨ ਪਰਮੋ ਕੁਝ ਕੁ ਦਿਨਾਂ ਵਿੱਚ ਹੀ ਸਵਰਗ ਸੁਧਾਰ ਗਈ। ਪਰਮੋ ਦੇ ਮਰਨੇ ਤੇ ਵੀ ਸਾਰੀ ਜ਼ਿੰਮੇਵਾਰੀ ਚਰਨ ਸਿਰ ਪੈ ਗਈ।
ਚਰਨ ਨੇ ਇਕੱਲੇ ਹੀ ਪਰਮੋਂ ਦਾ ਮਰਨਾ ਕਿਉਂ ਟਿਆ। ਮੀਤੇ ਵੱਲੋਂ ਕੋਈ ਮਦਦ ਨਾ ਕੀਤੀ ਗਈ। ਹੁਣ ਗੁਰਬਚਨ ਤੇ ਵੀਰੂ ਇਕੱਲੇ ਰਹਿ ਗਏ ਸਨ। ਪਾਲੋ ਨੇ ਚਰਨ ਨੂੰ ਪਿੰਡ ਜਾਣ ਲਈ ਕਿਹਾ। ਚਰਨ ਨੂੰ ਵੀ ਆਪਣੇ ਪਿਓ ਤੇ ਭਰਾ ਤੇ ਤਰਸ ਆ ਰਿਹਾ ਸੀ। ਚਰਨ ਸ਼ਹਿਰ ਤੋਂ ਆਪਣਾ ਸਾਰਾ ਸਮਾਨ ਚੁੱਕ ਪਿੰਡ ਆ ਗਏ। ਪਾਲੋ ਫਿਰ ਤੋਂ ਆਪਣੇ ਪਰਿਵਾਰ ਨਾਲ ਘੁਲ ਮਿਲ ਗਈ। ਚਰਨ ਤੇ ਪਾਲੋ ਆਪਣੇ ਪਿੰਡ ਤੇ ਆਪਣੇ ਪਰਿਵਾਰ ਵਿੱਚ ਆ ਕੇ ਬਹੁਤ ਖੁਸ਼ ਹਨ। ਹੁਣ ਦੀਪੂ ਵੀ 5 ਸਾਲਾਂ ਦਾ ਹੋ ਚੁੱਕਾ ਸੀ। ਚਰਨ ਤੇ ਪਾਲੋ ਉਸਦੇ ਸੁਨਹਿਰੇ ਭਵਿੱਖ ਲਈ ਸੁਪਨੇ ਦੇਖਣ ਲੱਗੇ। ਦੀਪੂ ਨੂੰ ਵਧੀਆ ਸਕੂਲ ਵਿੱਚ ਪੜ੍ਹਨੇ ਪਾਇਆ ਗਿਆ। ਬਚਪਨ ਤੋਂ ਹੀ ਪਾਲੋ ਨੇ ਬਹੁਤ ਵਧੀਆ ਸੰਸਕਾਰ ਦਿੱਤੇ ਸਨ। ਪੜ੍ਹਨ ਵਿੱਚ ਵੀ ਦੀਪੂ ਬਹੁਤ ਹੁਸ਼ਿਆਰ ਸੀ। ਦੂਜੇ ਪਾਸੇ ਮੀਤੀ ਤੇ ਮਨਦੀਪ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਉਹ ਵੀ ਆਪਣੇ ਪਰਿਵਾਰ ਵਿੱਚ ਬਹੁਤ ਖੁਸ਼ ਸਨ। ਸਮਾਂ ਪਾ ਕੇ ਚਰਨ ਤੇ ਪਾਲੋ ਦੇ ਘਰ ਪੁੱਤਰ ਤੇ ਧੀ ਨੇ ਜਨਮ ਲਿਆ। ਉਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ। ਅਚਾਨਕ ਚਰਨ ਦੇ ਘਰ ਦੁੱਖਾਂ ਦਾ ਪਹਾੜ ਟੁੱਟ ਗਿਆ। ਚਰਨ ਦੇ ਪਿਤਾ ਗੁਰਬਚਨ ਨੂੰ ਕੈਂਸਰ ਦੀ ਭਿਆਨਕ ਬਿਮਾਰੀ ਹੋ ਗਈ, ਜਿਸ ਕਰਕੇ ਗੁਰਬਚਨੇ ਦਾ ਕੰਮ ਵੀ ਠੱਪ ਹੋ ਗਿਆ। ਪਾਲੋ ਵੱਲੋਂ ਦਿਨ ਰਾਤ ਗੁਰਬਚਨੇ ਦੀ ਦੇਖਭਾਲ ਕੀਤੀ ਗਈ। ਪਿਓ ਦੀ ਬਿਮਾਰੀ ਕਰਕੇ ਘਰ ਦੀ ਸਾਰੀ ਜ਼ਿੰਮੇਵਾਰੀ ਚਰਨ ਸਿਰ ਪੈ ਗਈ। ਚਰਨ ਨੇ ਪਿਤਾ ਦਾ ਇਲਾਜ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਪਿਤਾ ਦੇ ਇਲਾਜ ਲਈ ਡਾਕਟਰਾਂ ਵੱਲੋਂ ਲਈਆਂ ਜਾਂਦੀਆਂ ਫੀਸਾਂ ਨੇ ਚਰਨ ਦੀ ਆਰਥਿਕ ਸਥਿਤੀ ਨੂੰ ਬਹੁਤ ਕਮਜ਼ੋਰ ਕਰ ਦਿੱਤਾ। ਹੁਣ ਉਸਦੇ ਧੀ ਪੁੱਤ ਵੀ ਸਕੂਲ ਜਾਂਦੇ ਸਨ, ਜਿਸ ਕਰਕੇ ਚਰਨ ਦੇ ਸਿਰ ਜ਼ਿੰਮੇਵਾਰੀਆਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਸਨ। ਘਰ ਦੀ ਗਰੀਬੀ ਵੀ ਦਿਨੋਂ ਦਿਨ ਚਰਨ ਨੂੰ ਜਕੜਦੀ ਜਾ ਰਹੀ ਸੀ। ਕਿਸੇ ਪਾਸੋਂ ਕੋਈ ਵੀ ਮਦਦ ਨਾ ਮਿਲਣ ਕਰਕੇ ਚਰਨ ਦਿਨ ਰਾਤ ਬਹੁਤ ਪਰੇਸ਼ਾਨ ਸੀ। ਚਰਨ ਆਪਣੇ ਪਰਿਵਾਰ ਨੂੰ ਪਿੰਡ ਛੱਡ ਫਿਰ ਸ਼ਹਿਰ ਵਿੱਚ ਜਾ ਕੇ ਕੰਮ ਕਰਨ ਲੱਗਾ। ਲਗਾਤਾਰ 4-5 ਸਾਲ ਸ਼ਹਿਰ ਵਿੱਚ ਕੰਮ ਕਰਨ ਤੋਂ ਬਾਅਦ ਵੀ ਘਰ ਦੇ ਹਾਲਾਤ ਬਿਲਕੁਲ ਵੀ ਨਾ ਸੁਧਰੇ, ਪਰ ਫਿਰ ਵੀ ਚਰਨ ਆਪਣੀ ਜ਼ਿੰਦਗੀ ਨਾਲ ਜਹਿਦ ਕਰਦਾ ਰਿਹਾ। ਜਦੋਂ ਕੋਈ ਵੀ ਹੀਲਾ ਨਾ ਹੋਇਆ ਤਾਂ ਚਰਨ ਨੇ ਫਿਰ ਤੋਂ ਵਿਦੇਸ਼ ਜਾਣ ਦਾ ਫੈਸਲਾ ਲਿਆ। ਚਰਨ ਕੋਲ ਹੁਣ ਵਿਦੇਸ਼ ਜਾਣ ਲਈ ਪੈਸੇ ਨਹੀਂ ਸਨ। ਪਾਲੋ ਨੇ ਆਪਣੇ ਮਾਪਿਆਂ ਤੋਂ ਪੈਸਿਆਂ ਦੀ ਮਦਦ ਲੈਣ ਦਾ ਵਾਸਤਾ ਪਾ ਚਰਨ ਨੂੰ ਫਿਰ ਵਿਦੇਸ਼ ਜਾਣ ਲਈ ਤਿਆਰ ਕੀਤਾ, ਕਿਉਂਕਿ ਦਿਨੋਂ ਦਿਨ ਵੱਧ ਰਹੀ ਗਰੀਬੀ ਨਾਲ ਪਾਲੋ ਵੀ ਬਹੁਤ ਪਰੇਸ਼ਾਨ ਸੀ। ਬੱਚਿਆਂ ਦੀਆਂ ਜ਼ਿੰਮੇਵਾਰੀਆਂ, ਬਾਪ ਤੇ ਭਰਾ ਦੀ ਬਿਮਾਰੀ ਨੇ ਚਰਨ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਕਰ ਦਿੱਤਾ। ਕੁਝ ਪੈਸੇ ਪਾਲੋ ਦੇ ਮਾਪਿਆਂ ਤੋਂ ਲੈ ਅਤੇ ਕੁਝ ਪੈਸੇ ਵਿਆਜੂ ਚੱਕ ਕੇ ਵਿਦੇਸ਼ ਪਹੁੰਚ ਗਿਆ। ਵਿਦੇਸ਼ ਵਿੱਚ ਚਰਨ ਦਿਨ ਰਾਤ ਕੰਮ ਕਰਦਾ ਤਾਂ ਜੋ ਆਪਣੇ ਪਰਿਵਾਰ ਦੇ ਹਾਲਾਤ ਸੁਧਾਰ ਸਕੇ। 2-3 ਸਾਲ ਵਿੱਚ ਸਾਰਾ ਕਰਜ਼ਾ ਉਤਾਰ ਕੇ ਚਰਨ ਦੇ ਘਰ ਦੀ ਗਰੀਬੀ ਦੂਰ ਹੋ ਗਈ। ਚਰਨ ਦੇ ਪਿੱਛੋਂ ਪਾਲੋ ਨੇ ਆਪਣੇ ਘਰ ਦੀ ਜ਼ਿੰਮੇਵਾਰੀ ਨੂੰ ਉਸੇ ਤਰ੍ਹਾਂ ਸੰਭਾਲਿਆ ਜਿਵੇਂ ਚਰਨ ਸਭ ਦਾ ਖਿਆਲ ਰੱਖਦਾ ਸੀ। ਹੁਣ ਪਾਲੋ ਨੇ ਵੀ ਵੀਰੂ ਦੀ ਬਿਮਾਰੀ ਦਾ ਪੱਕਾ ਇਲਾਜ ਕਰਵਾ ਦਿੱਤਾ ਸੀ। ਉਸ ਤੋਂ ਬਾਅਦ ਪਾਲੋ ਨੇ ਇੱਕ ਵਧੀਆ ਕੁੜੀ ਦੇਖ ਆਪਣੇ ਛੋਟੇ ਦਿਓਰ ਦਾ ਵਿਆਹ ਵੀ ਕਰਵਾ ਦਿੱਤਾ। ਸਾਰਾ ਖਰਚਾ ਚਰਨ ਵੱਲੋਂ ਕੀਤਾ ਗਿਆ। ਪਾਲੋ ਵੱਲੋਂ ਵੀ ਸਾਰੀਆਂ ਰਸਮਾਂ ਬਹੁਤ ਹੀ ਚਾਵਾਂ ਨਾਲ ਪੂਰੀਆਂ ਕੀਤੀਆਂ ਗਈਆਂ। ਹੁਣ ਪੂਰਾ ਪਰਿਵਾਰ ਬਹੁਤ ਖੁਸ਼ ਰਹਿੰਦਾ ਸੀ। ਪਾਲੋ ਤੇ ਕਰਮੋ ਦੀ ਬਹੁਤ ਬਣਦੀ ਸੀ। ਦੋਵੇਂ ਇੱਕ ਦੂਜੇ ਨੂੰ ਸਕੀਆਂ ਭੈਣਾਂ ਤੋਂ ਵੱਧ ਦਰਜਾ ਦਿੰਦੀਆਂ ਸਨ। ਸਮਾਂ ਲੰਘਦਾ ਗਿਆ। ਵੀਰੂ ਹੁਣ ਇੱਕ ਫੈਕਟਰੀ ਵਿੱਚ ਵਧੀਆ ਨੌਕਰੀ ਤੇ ਲੱਗ ਗਿਆ ਸੀ। ਵੀਰੂ ਦੀ ਵਧੀਆ ਤਨਖਾਹ ਦੇਖ ਕਰਮੋ ਨੇ ਵੀ ਰੰਗ ਬਦਲਣੇ ਸ਼ੁਰੂ ਕਰ ਦਿੱਤੇ। ਵੀਰੂ ਤੇ ਕਰਮੋ ਨੇ ਵੀ ਅਲੱਗ ਰਹਿਣ ਦਾ ਫੈਸਲਾ ਕਰ ਲਿਆ। ਉਹਨਾਂ ਦਾ ਇਹ ਫੈਸਲਾ ਸੁਣ ਪਾਲੋ ਦੀ ਸੰਯੁਕਤ ਪਰਿਵਾਰ ਬਣਾਈ ਰੱਖਣ ਦੀ ਰੀਝ ਵੀ ਅਧੂਰੀ ਰਹਿ ਗਈ। ਹੁਣ ਗੁਰਬਚਨ ਦੀ ਸਿਹਤ ਵਿੱਚ ਸੁਧਾਰ ਹੋ ਗਿਆ ਸੀ। ਥੋੜਾ ਚੱਲ ਫਿਰ ਸਕਦਾ ਸੀ, ਪਰ ਕਿਸੇ ਕੰਮ ਨੂੰ ਕਰਨ ਦੇ ਲਾਇਕ ਨਹੀਂ ਸੀ। ਵੀਰੂ ਤੇ ਕਰਮੋ ਨੂੰ ਅੱਡ ਹੁੰਦੇ ਦੇਖ ਗੁਰਬਚਨੇ ਨੇ ਵੀ ਵੀਰੂ ਨਾਲ ਰਹਿਣ ਦਾ ਫੈਸਲਾ ਕੀਤਾ। ਚਰਨ ਦੀਆਂ ਭੈਣਾਂ ਵੀ ਵੀਰੂ ਦੇ ਵੱਲ ਸਨ। ਇਹ ਗੱਲ ਪਾਲੋ ਨੇ ਵਿਦੇਸ਼ ਵਿੱਚ ਬੈਠੇ ਚਰਨ ਨਾਲ ਸਾਂਝੀ ਕੀਤੀ। ਚਰਨ ਦਾ ਮਨ ਉਦਾਸ ਸੀ ਤੇ ਉਹ ਆਪਣੇ ਆਪ ਨੂੰ ਕੋਸ ਰਿਹਾ ਸੀ ਤੇ ਅੰਤ ਰੱਬ ਦਾ ਭਾਣਾ ਮੰਨ ਕੇ ਚਰਨ ਨੇ ਉਹਨਾਂ ਨੂੰ ਮਰਜ਼ੀ ਕਰਨ ਲਈ ਕਿਹਾ। ਚਰਨ ਹੁਣ ਪੂਰੇ ਪਰਿਵਾਰ ਵਿੱਚੋਂ ਇਕੱਲਾ ਰਹਿ ਗਿਆ ਸੀ। ਉਹ ਹਮੇਸ਼ਾ ਇਹ ਸੋਚਦਾ ਸੀ ਕਿ ਪਰਿਵਾਰ ਵਿੱਚ ਜਦੋਂ ਜਿਸ ਦਾ ਜੀ ਕੀਤਾ ਸਭ ਨੇ ਆਪਣੀ ਮਰਜ਼ੀ ਅਨੁਸਾਰ ਚਰਨ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਵਾ ਕੇ ਉਸ ਨੂੰ ਉਸ ਦਾ ਫਰਜ਼ ਯਾਦ ਕਰਵਾਇਆ, ਪਰ ਦਿਲੋਂ ਕੋਈ ਵੀ ਚਰਨ ਦਾ ਨਾ ਬਣਿਆ। ਹੁਣ ਪਾਲੋ ਆਪਣੇ ਬੱਚਿਆਂ ਨਾਲ ਇਕੱਲੀ ਰਹਿੰਦੀ ਸੀ ਤੇ ਚਰਨ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਵਿਦੇਸ਼ ਰਹਿੰਦਾ ਸੀ। ਪਾਲੋ ਨੇ ਜਵਾਕਾਂ ਦਾ ਵਧੀਆ ਜੀਵਨ ਬਣਾਉਣ ਲਈ ਆਪਣੇ ਸਾਰੇ ਸ਼ੌਂਕ ਤਿਆਗ ਦਿੱਤੇ। ਉਹ ਆਪਣੇ ਬੱਚਿਆਂ ਨੂੰ ਵਧੀਆ ਅਫਸਰ ਬਣਾਉਣਾ ਚਾਹੁੰਦੀ ਸੀ। ਭਾਵੇਂ ਪਾਲੋ ਪਤੀ ਤੋਂ ਦੂਰ ਰਹਿੰਦੀ ਸੀ, ਪਰ ਫਿਰ ਵੀ ਆਪਣੀ ਜ਼ਿੰਮੇਵਾਰੀਆਂ ਨੂੰ ਨਾ ਭੁੱਲਦੀ। ਚਰਨ ਦੀਆਂ ਭੈਣਾਂ ਪਾਲੋ ਨੂੰ ਚੰਗਾ ਨਹੀਂ ਸੀ ਸਮਝਦੀਆਂ, ਫਿਰ ਵੀ ਪਾਲੋ ਦਿਨ ਤਿਉਹਾਰ ਦੇਣ ਲਈ ਉਹਨਾਂ ਤੋਂ ਕਦੇ ਵੀ ਪਿੱਛੇ ਨਹੀਂ ਸੀ ਹਟਦੀ। ਪਰ ਚਰਨ ਦੀਆਂ ਭੈਣਾਂ ਫਿਰ ਵੀ ਚਰਨ ਨੂੰ ਪਾਲੋ ਬਾਰੇ ਚੰਗਾ ਮਾੜਾ ਬੋਲ ਪਾਲੋ ਦੇ ਖਿਲਾਫ ਕਰਨ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ, ਪਰ ਚਰਨ ਕਿਸੇ ਦੀ ਨਾ ਸੁਣਦਾ। ਚਰਨ ਤੇ ਪਾਲੋ ਨੇ ਸਭ ਦਾ ਦਿਲੋਂ ਕੀਤਾ, ਪਰ ਕਿਸੇ ਨੇ ਵੀ ਉਹਨਾਂ ਦੀ ਕਦਰ ਨਾ ਪਾਈ।
ਹੁਣ ਪਾਲੋ ਦੇ ਜਵਾਕ ਜਵਾਨ ਹੋ ਚੁੱਕੇ ਸਨ। ਪਿਤਾ ਦੇ ਵਿਦੇਸ਼ ਹੋਣ ਕਰਕੇ ਦਾਦੇ ਦੇ ਅਲੱਗ ਹੋਣ ਤੋਂ ਬਾਅਦ ਪਾਲੋ ਦੇ ਮੁੰਡਿਆਂ ਦਾ ਪੜ੍ਹਾਈ ਵਿੱਚ ਧਿਆਨ ਨਾ ਰਿਹਾ। ਇਸ ਕਰਕੇ ਮੁੰਡੇ ਜ਼ਿਆਦਾ ਪੜ੍ਹ ਲਿਖ ਨਾ ਸਕੇ, ਪਰ ਧੀ ਉਚੇਰੀ ਵਿੱਦਿਆ ਪ੍ਰਾਪਤ ਕਰ ਵਧੀਆ ਨੌਕਰੀ ਤੇ ਲੱਗ ਗਈ। ਪਾਲੋ ਦੀ ਧੀ ਨੇ ਮਾਂ ਦਾ ਬੱਚਿਆਂ ਨੂੰ ਅਫਸਰ ਬਣਾਉਣ ਦਾ ਸੁਪਨਾ ਪੂਰਾ ਕੀਤਾ। ਹੁਣ ਚਰਨ ਦੀ ਉਮਰ ਹੋ ਚੁੱਕੀ ਸੀ, ਉਸ ਤੋਂ ਵਿਦੇਸ਼ ਵਿੱਚ ਕੰਮ ਨਹੀਂ ਸੀ ਹੋ ਰਿਹਾ। ਉਹ ਵਾਪਸ ਆ ਗਏ ਤੇ ਦੋਨੋਂ ਮੁੰਡਿਆਂ ਦੇ ਵਿਆਹ ਕਰ ਦਿੱਤੇ। ਦੀਪੂ ਦੇ ਵਿਆਹ ਤੋਂ 1 ਮਹੀਨਾ ਬਾਅਦ ਗੁਰਬਚਨ ਫਿਰ ਬਿਮਾਰ ਹੋ ਗਿਆ। ਕੈਂਸਰ ਦੀ ਆਖਰੀ ਸਟੇਜ ਹੋਣ ਗੁਰਬਚਨੇ ਦੀ ਹਾਲਤ ਬਹੁਤ ਹੀ ਨਾਜ਼ੁਕ ਹੋ ਗਈ ਸੀ। ਉਸ ਦੀ ਕੋਈ ਸਾਂਭ ਸੰਭਾਲ ਨਹੀਂ ਕਰਦਾ ਸੀ ਤਾਂ ਇੱਕ ਦਿਨ ਉਹ ਚਰਨ ਦੇ ਘਰ ਆ ਗਿਆ। ਚਰਨ ਨੇ ਬਿਨਾਂ ਕੋਈ ਸਵਾਲ ਜਵਾਬ ਕੀਤੇ ਗੁਰਬਚਨੇ ਨੂੰ ਆਪਣੇ ਘਰ ਰੱਖ ਉਸ ਦੀ ਸਾਂਭ ਸੰਭਾਲ ਸ਼ੁਰੂ ਕਰ ਦਿੱਤੀ। ਫਿਰ ਬਿਮਾਰੀ ਜ਼ਿਆਦਾ ਵਧਣ ਕਾਰਨ ਗੁਰਬਚਨ ਦੀ ਕੁਝ ਦਿਨਾਂ ਵਿੱਚ ਹੀ ਮੌਤ ਹੋ ਗਈ। ਚਰਨ ਦੇ ਭਰਾਵਾਂ ਤੇ ਭੈਣਾਂ ਵੱਲੋਂ ਗੁਰਬਚਨੇ ਦੀ ਮੌਤ ਦਾ ਜ਼ਿੰਮੇਵਾਰ ਵੀ ਚਰਨ ਤੇ ਪਾਲੋ ਨੂੰ ਦੱਸਿਆ ਗਿਆ। ਕੋਈ ਵੀ ਚਰਨ ਦੇ ਘਰ ਸੰਸਕਾਰ ਲਈ ਨਹੀਂ ਆਇਆ। ਚਰਨ ਨੇ ਬਿਨਾਂ ਕਿਸੇ ਦੀ ਪਰਵਾਹ ਕੀਤੇ ਆਪਣੇ ਬਾਪ ਦੇ ਅੰਤਿਮ ਸਮੇਂ ਦੀਆਂ ਸਾਰੀਆਂ ਰਸਮਾਂ ਕੀਤੀਆਂ। ਪਿੰਡ ਵਿੱਚ ਸਾਰੇ ਲੋਕ ਚਰਨ ਦੇ ਹੀ ਵਾਹ-ਵਾਹ ਕਰਦੇ ਸਨ, ਕਿਉਂਕਿ ਚਰਨ ਨੇ ਸਾਰੀ ਉਮਰ ਦੂਜਿਆਂ ਦੀ ਭਲਾਈ ਵਿੱਚ ਲੰਘਾ ਦਿੱਤੀ ਤੇ ਚਰਨ ਨੂੰ ਹਮੇਸ਼ਾ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਸਭ ਤੋਂ ਮੂਹਰੇ ਖੜਾ ਦੇਖਿਆ। ਦੋਵਾਂ ਪੁੱਤਾਂ ਦੇ ਵਿਆਹ ਤੋਂ ਚਰਨ ਤੇ ਪਾਲੋ ਨੂੰ ਲੱਗਿਆ, ਹੁਣ ਸਾਡੀ ਜ਼ਿੰਦਗੀ ਵਿੱਚ ਸੁੱਖ ਆਵੇਗਾ। ਅਸੀਂ ਹੁਣ ਆਰਾਮ ਦੀ ਜ਼ਿੰਦਗੀ ਬਤੀਤ ਕਰਾਂਗੇ। ਪਰ ਰੱਬ ਤਾਂ ਉਹਨਾਂ ਦੀ ਜ਼ਿੰਦਗੀ ਵਿੱਚ ਜਿਵੇਂ ਸੁੱਖ ਲਿਖਣਾ ਹੀ ਭੁੱਲ ਗਿਆ ਹੋਵੇ। ਪੁੱਤਾਂ ਦੇ ਵਿਆਹ ਤੋਂ ਬਾਅਦ ਵਿਗਿਆਨੀਆਂ ਨੇ ਆ ਕੇ ਤਾਂ ਚਰਨ ਤੇ ਪਾਲੋ ਦੀ ਜ਼ਿੰਦਗੀ ਨੂੰ ਨਰਕ ਬਣਾ ਕੇ ਰੱਖ ਦਿੱਤਾ। ਦਿਨ ਰਾਤ ਝੂਠੀਆਂ ਤੌਹਮਤਾਂ ਲਾ ਮੁੰਡਿਆਂ ਨੂੰ ਪਾਲੋ, ਚਰਨ ਤੇ ਹਰਮਨ ਚਰਨ ਦੀ ਧੀ ਦੇ ਖਿਲਾਫ ਕਰਦੀਆਂ ਰਹਿੰਦੀਆਂ। ਮੁੰਡੇ ਵੀ ਲਾਈ ਲੱਗ ਜਿਵੇਂ ਉਹ ਕਹਿੰਦੀਆਂ ਪਿੱਛੇ ਲੱਗ ਘਰ ਵਿੱਚ ਕਲੇਸ਼ ਪਾ ਲੈਂਦੇ। ਹਰਮਨ ਐਨੀ ਪੜ੍ਹੀ ਲਿਖੀ ਕੁੜੀ ਸੀ ਤੇ ਉਹ ਆਪਣੀ ਨੌਕਰੀ ਕਰਕੇ ਆਪਣੇ ਮਾਤਾ ਪਿਤਾ ਦੀ ਮਦਦ ਕਰਦੀ। ਹਰਮਨ ਦਾ ਸੁਭਾਅ ਵੀ ਬਿਲਕੁਲ ਚਰਨ ਵਾਂਗੂ ਹੀ ਸੀ, ਹਰ ਜ਼ਿੰਮੇਵਾਰੀ ਨੂੰ ਅੱਗੇ ਹੋ ਕੇ ਨਿਭਾਉਂਦੀ ਸੀ। ਇੱਕ ਦਿਨ ਦੀਪੂ ਨੇ ਚਰਨ ਨਾਲ ਬਹੁਤ ਹੀ ਬੁਰਾ ਸਲੂਕ ਕੀਤਾ, ਬਹੁਤ ਹੀ ਗਾਲੀ ਗਲੋਚ ਕੀਤੀ ਗਈ। ਦੀਪੂ ਨੇ ਆਪਣੀ ਪਤਨੀ ਪਿੱਛੇ ਲੱਗ ਆਪਣੇ ਮਾਂ-ਬਾਪ ਨੂੰ ਸਾਰੇ ਪਿੰਡ ਦੇ ਸਾਹਮਣੇ ਗਲਤ ਬਣਾ ਦਿੱਤਾ। ਪਰ ਪਿੰਡ ਵਾਲੇ ਚਰਨ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਪਿੰਡ ਦੇ ਸਾਰੇ ਲੋਕ ਦੀਪੂ ਨੂੰ ਲਾਹਨਤਾਂ ਪਾ ਰਹੇ ਸਨ, ਪਰ ਚਰਨ ਦਾ ਦਿਲ ਬਹੁਤ ਸਾਫ਼ ਸੀ। ਉਹ ਸਭ ਕੁਝ ਭੁੱਲ ਕੇ ਫਿਰ ਆਪਣੇ ਪਰਿਵਾਰ ਵਿੱਚ ਘੁਲ ਮਿਲ ਜਾਂਦਾ ਸੀ। ਉਸਦੇ ਪਿਆਰ ਦੀ ਕਿਸੇ ਵੱਲੋਂ ਵੀ ਕਦਰ ਨਾ ਪਾਈ ਗਈ। ਉਸਦੇ ਪੁੱਤ ਨੇ ਚਰਨ ਤੇ ਪਾਲੋ ਨੂੰ ਲੋਕਾਂ ਸਾਹਮਣੇ ਮਾੜਾ ਬਣਾਉਣ ਦੀ ਕੋਈ ਕਸਰ ਨਾ ਛੱਡਦੇ। ਪੁੱਤਾਂ ਵੱਲੋਂ ਕੀਤੀ ਜਾਂਦੀ ਹਰ ਰੋਜ਼ ਦੀ ਨਿਰਾਦਰੀ ਕਾਰਨ ਹੁਣ ਚਰਨ ਬਹੁਤ ਟੁੱਟ ਚੁੱਕਾ ਸੀ। ਉਹ ਆਪਣੇ ਪਰਿਵਾਰ ਤੇ ਲੱਗੀਆਂ ਝੂਠੀਆਂ ਤੌਹਮਤਾਂ ਕਰਕੇ ਲੋਕਾਂ ਸਾਹਮਣੇ ਬਹੁਤ ਸ਼ਰਮਿੰਦਗੀ ਮਹਿਸੂਸ ਕਰਦਾ ਸੀ। ਸਾਰਾ ਦਿਨ ਬਸ ਟੈਨਸ਼ਨ ਵਿੱਚ ਤੁਰਿਆ ਫਿਰਦਾ ਰਹਿੰਦਾ ਸੀ। ਇੱਕ ਦਿਨ ਚਰਨ ਦੀ ਸਿਹਤ ਬਹੁਤ ਖਰਾਬ ਹੋ ਗਈ ਤੇ ਦੂਜੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਪਾਲੋ ਤੇ ਹਰਮਨ ਨੂੰ ਇਸ ਦੁਨੀਆ ਵਿੱਚ ਇਕੱਲੇ ਛੱਡ ਚਰਨ ਹਮੇਸ਼ਾ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਚਰਨ ਨੇ ਆਪਣੀ ਸਾਰੀ ਜ਼ਿੰਦਗੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵਿੱਚ ਲੰਘਾ ਦਿੱਤੀ, ਪਰ ਉਸ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਸੀ ਉਸ ਦੀ ਧੀ ਹਰਮਨ, ਜਿਸ ਨੂੰ ਉਹ ਅੱਧ ਵਿਚਾਲੇ ਛੱਡ ਕੇ ਤੁਰ ਗਿਆ। ਹੁਣ ਪਾਲੋ ਤੇ ਹਰਮਨ ਦਿਨ ਰਾਤ ਚਰਨ ਨੂੰ ਯਾਦ ਕਰਦੀਆਂ ਰਹਿੰਦੀਆਂ ਤੇ ਰੱਬ ਨੂੰ ਉਲਾਮੇ ਦਿੰਦੀਆਂ ਰੋ ਪੈਂਦੀਆਂ। ਪਰ ਹਰਮਨ ਨੇ ਰੱਬ ਦਾ ਭਾਣਾ ਮੰਨ ਇਸ ਦੁੱਖ ਨੂੰ ਆਪਣੇ ਸੀਨੇ ਵਿੱਚ ਸਮੋ ਲਿਆ। ਜਦੋਂ ਹਰਮਨ ਆਪਣੇ ਪਿਤਾ ਬਾਰੇ ਕਿਸੇ ਦੇ ਮੂੰਹੋਂ ਚੰਗੀਆਂ ਗੱਲਾਂ ਸੁਣਦੀ ਤਾਂ ਆਪਣੇ ਪਿਤਾ ਤੇ ਮਾਣ ਮਹਿਸੂਸ ਕਰਦੀ। ਚਰਨ ਦੀ ਮੌਤ ਤੋਂ ਬਾਅਦ ਭਰਾਵਾਂ ਵੱਲੋਂ ਤਾਂ ਕੋਈ ਦੁੱਖ ਨਹੀਂ ਮਨਾਇਆ ਗਿਆ, ਪਰ ਪਿੰਡ ਵਿੱਚ ਚਾਰੇ ਪਾਸੇ ਚਰਨ ਦੇ ਨੇਕ ਇਨਸਾਨ ਤੇ ਚੰਗੇ ਕੇਸ ਕਰਨ ਦੀ ਸਹੂਲਤਾਂ ਹੋ ਰਹੀ ਸੀ। ਇਹ ਗੱਲਾਂ ਹਰਮਨ ਨੂੰ ਇਸ ਦੁਨੀਆ ਵਿੱਚ ਇਕੱਲੇ ਰਹਿਣ ਲਈ ਦਿਨੋਂ ਦਿਨ ਹੌਸਲਾ ਦਿੰਦੀਆਂ। ਧੰਨਵਾਦ ਜੀ। ਜੇਕਰ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਕਰਨਾ, ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ ਜੀ।